ਸਤਿ ਸ਼੍ਰੀ ਅਕਾਲ। ਕੋਰੋਨਾ ਅਪਡੇਟ ਰੋਪੜ ਦੇ ਵਿੱਚ ਅੱਜ ਤੁਹਾਡੇ ਨਾਲ ਮੈਂ ਸਾਂਝਾ ਕਰਨਾ ਚਾਹਦੀ ਹਾਂ ਕਿ ਕੁਝ ਜਿਹੜੀ ਹੁਣ ਤਬਦੀਲੀ ਹੋਈ ਹੈਗੀ, ਕੁਝ ਨਵੇਂ ਕੇਸਿਸ ਆਏ ਨੇ ਕੋਰੋਨਾ ਦੇ ਡਿਸਟ੍ਰਿਕਟ ਦੇ ਵਿੱਚ, ਉਹਨਾਂ ਦੀ ਜਾਣਕਾਰੀ। ਜਿਵੇਂ ਕਿ ਅੱਜ ਤੱਕ ਹੁਣ ਤੱਕ ਸੈਂਪਲ ਜਿਵੇਂ ਹੋਏ ਹੈਗੇ ਡਿਸਟ੍ਰਿਕਟ ਦੇ ਵਿੱਚ, ਉਹ 20,809 ਸੈਂਪਲ ਲਿੱਤੇ ਗਏ ਹੈਗੇ। ਇਸ ਦੇ ਵਿੱਚ ਨੈਗੇਟਿਵ ਸੈਂਪਲਾਂ ਦੀ ਗਿਣਤੀ 19,968 ਹੈਗੀ। ਪੈਂਡਿੰਗ ਇਹਨਾਂ ਦੇ ਵਿੱਚੋਂ 615 ਨੇ ਤੇ ਅੱਜ 4 ਜਿਹੜੇ ਹੈਗੇ ਕੋਰੋਨਾ ਪੇਸ਼ੈਂਟਸ डिस्चार्ज होके वापस घर परते हैंगे। आज 4 ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈਗੀ ਰੋਪੜ ਜ਼ਿਲ੍ਹੇ ਦੇ ਵਿੱਚ। ਹੁਣ ਐਕਟਿਵ ਪੋਜ਼ਿਟਿਵ ਕੇਸਿਸ ਦੀ ਗਿਣਤੀ ਸਾਡੇ ਜ਼ਿਲ੍ਹੇ ਦੇ ਵਿੱਚ 59 ਹੋ ਗਈ ਹੈਗੀ। 12 ਕੇਸਿਸ ਜਿਹੜੇ ਨੇ ਅੱਜ ਨਵੇਂ ਰਿਪੋਰਟ ਹੋਏ ਨੇ, ਜਿਨ੍ਹਾਂ ਦੇ ਵਿੱਚ ਕੁਝ ਇਦਾਂ ਦੇ ਕੇਸਿਸ ਵੀ ਹੈਗੇ ਜੋ ਬਾਹਰੋਂ ਟੈਸਟ ਹੋਏ ਨੇ, ਲੇਕਿਨ ਰੋਪੜ ਜ਼ਿਲ੍ਹੇ ਦੇ ਵਿੱਚ ਉਹਨਾਂ ਦਾ ਹੋਮ ਟਾਊਨ ਹੋਣ ਕਾਰਨ ਉਹਨਾਂ ਦਾ ਜਿਹੜਾ ਕਾਊਂਟਿੰਗ ਹੈਗੀ ਉਹ ਰੋਪੜ ਡਿਸਟ੍ਰਿਕਟ ਦੇ ਵਿੱਚ ਕੀਤੀ ਜਾ ਰਹੀ ਹੈਗੀ। ਇਹਨਾਂ ਦੇ ਵਿੱਚੋਂ 32 ਸਾਲ ਦੀ ਫੀਮੇਲ ਹੈਗੀ ਰੋਪੜ ਸਿਟੀ ਤੋਂ, ਜਿਹੜੀ ਪੀਜੀਆਈ ਦੇ ਵਿੱਚ ਉਹਨਾਂ ਦਾ ਟੈਸਟ ਹੋਇਆ ਸੀਗਾ। 80 ਸਾਲ ਦੀ ਫੀਮੇਲ ਹੈਗੀ ਟਿੱਬਾ ਟੱਪਰੀਆਂ ਤੋਂ, ਤੇ 49 ਇਅਰਸ ਦੇ ਮੇਲ ਹੈਗੇ ਨਿੱਕੀ ਨੰਗਲ ਤੋਂ। ਇਹ ਦੋਨੋਂ ਕੇਸਿਸ ਨੇ ਜਿਹੜੇ ਬਾਹਰੋਂ ਡਿਸਟ੍ਰਿਕਟ ਦੇ ਵਿੱਚ ਕਿੱਥੇ ਟੈਸਟ ਹੋਏ ਨੇ, ਲੇਕਿਨ ਰੋਪੜ ਜ਼ਿਲ੍ਹੇ ਦਾ ਇਹਨਾਂ ਦਾ ਹੋਮ ਟਾਊਨ ਐਡਰੈਸ ਹੋਣ ਕਾਰਨ ਡਿਸਟ੍ਰਿਕਟ ਦੇ ਟੈਲੀ ਦੇ ਵਿੱਚ ਜੋੜਿਆ ਜਾ ਰਿਹਾ ਹੈਗਾ। ਇਸ ਤੋਂ ਇਲਾਵਾ ਰੋਪੜ ਸ਼ਹਿਰ ਦੇ ਵਿੱਚ 22 ਸਾਲ ਦੇ ਮੇਲ ਤੇ 19 ਸਾਲ ਦੀ ਫੀਮੇਲ ਤੇ 38 ਸਾਲ ਦੀ ਫੀਮੇਲ ਰੋਪੜ ਸ਼ਹਿਰ ਦੇ ਵਿੱਚ ਪੋਜ਼ਿਟਿਵ ਪਾਏ ਗਏ ਹੈਗੇ। ਇਹ ਪੋਜ਼ਿਟਿਵ ਕੰਟੈਕਟ ਦੇ ਵਿੱਚ ਪ੍ਰਾਇਮਰੀ ਕੰਟੈਕਟ ਕੇਸਿਸ ਹੈਗੇ ਇੱਕ ਪੋਜ਼ਿਟਿਵ ਕੇਸ ਦੇ ਨਾਲ ਹੀ। ਅਨਪੁਰ ਸਾਹਿਬ ਦੇ ਵਿੱਚ 40 ਸਾਲ ਦੀ ਫੀਮੇਲ ਤੇ 32 ਸਾਲ ਦੇ ਮੇਲ ਪੋਜ਼ਿਟਿਵ ਪਾਏ ਗਏ ਨੇ। ਚਮਕੌਰ ਸਾਹਿਬ ਦੇ ਵਿੱਚ ਇੱਕ ਮੇਲ 26 ਸਾਲ ਦੇ ਪੋਜ਼ਿਟਿਵ ਪਾਏ ਗਏ ਨੇ ਤੇ ਸ਼ੇਰੀਆਂ ਬਰਤਗੜ੍ਹ ਦੇ ਵਿੱਚ ਪੋਜ਼ਿਟਿਵ ਕੰਟੈਕਟ ਹੈਗੇ ਇੱਕ ਕੰਟੈਕਟ ਟ੍ਰੇਸ ਹੈਗੇ ਪੋਜ਼ਿਟਿਵ ਕੇਸ ਦੇ 18 ਸਾਲ ਦੇ ਮੇਲ ਤੇ 80 ਸਾਲ ਦੀ ਫੀਮੇਲ ਤੇ 16 ਸਾਲ ਦੇ ਮੇਲ ਮੋਰਿੰਡਾ ਵਿੱਚ ਪੋਜ਼ਿਟਿਵ ਪਾਏ ਗਏ ਨੇ। मैं आपको ਸਾਰਿਆਂ ਨੂੰ ਇਹ ਚੀਜ਼ ਥੋੜਾ ਡਿਟੇਲ ਦੇ ਵਿੱਚ ਬਤਾਨਾ ਚਾਹੁੰਦੀ ਹਾਂ ਕਿ ਜਿਵੇਂ ਜਿਵੇਂ ਸਾਡੀ ਸੈਂਪਲਿੰਗ ਦੀ ਗਿਣਤੀ ਵਧ ਰਹੀ ਹੈਗੀ, ਜਿਵੇਂ ਹੁਣ ਤੱਕ ਰੋਜ਼ਾਨਾ ਅਸੀਂ ਸੈਂਪਲਿੰਗ ਲਗਭਗ 350 ਦੇ ਆਸ-ਪਾਸੇ ਕਰ ਰਹੇ ਨੇ। ਇਸ ਕਰਕੇ ਜਿਹੜੇ ਏਸਿਮਟੋਮੈਟਿਕ ਪੇਸ਼ੈਂਟਸ ਵੀ ਨੇ, ਜਿਹੜੇ ਪਹਿਲੇ ਅਨਡਿਟੈਕਟਡ ਰਹਿ ਜਾਂਦੇ ਸੀਗੇ, ਨਾਰਮਲ ਸਰਦੀ ਖਾਂਸੀ ਜ਼ੁਕਾਮ ਦੇ ਲੱਛਣ ਹੀ ਸਿਰਫ ਉਹਨਾਂ ਨੂੰ ਆਂਦਾ ਸੀਗਾ ਤੇ ਉਹਨਾਂ ਨੂੰ ਲੱਗਦਾ ਨਹੀਂ ਸੀਗਾ ਕਿ ਅਸੀਂ ਕੋਰੋਨਾ ਤੋਂ ਪੀਰੀਅਡ ਨੇ, ਉਹ ਵਿਅਕਤੀ ਵੀ ਸਾਡੇ ਡਿਟੈਕਸ਼ਨ ਦੇ ਵਿੱਚ ਆ ਰਹੇ ਨੇ। ਤੇ ਇਸ ਕਰਕੇ ਆਪ ਘਬਰਾਈਏ ਨਹੀਂ, ਬਿਕਾਜ਼ ਜ਼ਿਆਦਾਤਰ ਇਸ ਦੇ ਵਿੱਚ ਕੇਸਿਸ ਜਿਹੜੇ ਨੇ ਉਹ ਏਸਿਮਟੋਮੈਟਿਕ ਹੈਗੇ। ਸਾਡੇ ਜ਼ਿਲ੍ਹੇ ਦੇ ਵਿੱਚ ਸਿਰਫ 4 ਹਾਈ ਰਿਸਕ ਪੇਸ਼ੈਂਟ ਕੇਸਿਸ ਨੇ ਜਿਹੜੇ ਲੈਵਲ 2 ਫੈਸਿਲਿਟੀ ਦੇ ਵਿੱਚ, ਜਿਵੇਂ ਕਿ ਪੀਜੀਆਈ, ਲੋਕਲ ਡੀਐਚ ਰੋਪੜ ਤੇ ਓਸਵਾਲ ਹਸਪੀਟਲ ਲੁਧਿਆਣਾ ਦੇ ਵਿੱਚ ਉਹ ਐਡਮਿਟ ਨੇ। ਸਿਰਫ ਹਾਈ ਰਿਸਕ ਪੇਸ਼ੈਂਟਸ ਜਿਹੜੇ ਨੇ ਉਹ 4 ਨੇ ਡਿਸਟ੍ਰਿਕਟ ਦੇ, ਜਿਨ੍ਹਾਂ ਦਾ ਆਲਰੇਡੀ ਅਸੀਂ ਪੂਰੇ ਚੰਗੇ ਤਰੀਕੇ ਨਾਲ ਮੋਨੀਟਰਿੰਗ ਕਰ ਰਹੇ ਨੇ। ਉਹਨਾਂ ਦੀ ਡੇਲੀ ਅਸੀਂ ਸਟੇਟਸ ਅਪਡੇਟ ਲੈਂਦੇ ਨੇ ਤਾਂ ਕਿ ਕੋਈ ਦਿੱਕਤ ਨਾ ਹੋਏ, ਕੋਈ ਪਰੇਸ਼ਾਨੀ ਨਾ ਹੋਏ ਉਹਨਾਂ ਦੇ ਟ੍ਰੀਟਮੈਂਟ ਵਾਸਤੇ। ਇਸ ਮੰਤਵ ਵਾਸਤੇ ਅਸੀਂ ਜ਼ਿਲ੍ਹੇ ਦੇ ਵਿੱਚ ਜਿਹੜੇ DFO ਵਾਈਲਡ ਲਾਈਫ ਹੈ ਮਿਸਿਸ ਮੋਨਿਕਾ ਯਾਦਵ, ਇੰਡੀਅਨ ਫੋਰੈਸਟ ਸਰਵਿਸ ਤੋਂ ਬਿਲੋਂਗ ਕਰਦੇ ਹੈਗੇ, ਉਹਨਾਂ ਨੂੰ ਨੋਡਲ ਅਫਸਰ ਵਜੋਂ ਡਿਪਿਊਟ ਕੀਤਾ ਗਿਆ ਹੈਗਾ ਕਿ ਕਿਸੇ ਵੀ ਪੇਸ਼ੈਂਟ ਨੂੰ ਕੋਰੋਨਾ ਪੋਜ਼ਿਟਿਵ ਆਉਣ ਤੋਂ ਉਹਨਾਂ ਦੇ ਠੀਕ ਹੋਣ ਤੱਕ ਪੂਰੀ ਜਿਹੜੀ ਹੈਗੀ ਮੋਨੀਟਰਿੰਗ ਪਰ ਕੇਸ ਟੂ ਕੇਸ ਬੇਸਿਸ ਦੇ ਵਿੱਚ ਇਹ ਆਫਿਸਰ ਕਰਨਗੇ। ਹੈਲਥ ਡਿਪਾਰਟਮੈਂਟ ਤੇ ਹੋਰ ਆਪਣੇ ਜਿਵੇਂ ਕੰਟੈਕਟ ਟ੍ਰੇਸਿੰਗ ਜੋ ਹੋਰ ਗਿਆਨ ਸਾਗਰ ਦੇ ਜਿਹੜੇ ਇੰਚਾਰਜਸ ਨੇ ਜਾਂ ਲੈਵਲ 2 ਫੈਸਿਲਿਟੀ ਦੇ ਜਿਹੜੇ ਇੰਚਾਰਜਸ ਨੇ, ਉਹਨਾਂ ਦੇ ਨਾਲ ਰਾਬਤਾ ਕਾਇਮ ਕਰਕੇ ਇਹ ਸਾਰੀ ਸਥਿਤੀ ਦੇ ਵਿੱਚ ਮੋਨੀਟਰ ਕਰਨਗੇ। ਇਸ ਦੇ ਨਾਲ ਹੀ ਹੋਮ ਆਈਸੋਲੇਸ਼ਨ ਦੇ ਕੇਸਿਸ ਲਗਭਗ 20 ਹੈਗੇ ਸਾਡੇ ਜ਼ਿਲ੍ਹੇ ਦੇ ਵਿੱਚ, ਜੋ ਇੱਕ ਅੱਛੀ ਖਬਰ ਵੀ ਹੈਗੀ ਕਿਉਂਕਿ ਹੋਮ ਆਈਸੋਲੇਸ਼ਨ ਦੇ ਵਿੱਚ ਉਹੀ ਕੇਸਿਸ ਰੱਖੇ ਜਾਂਦੇ ਨੇ ਜਿਹੜੇ ਏਸਿਮਟੋਮੈਟਿਕ ਹੈਗੇ, ਜਿਨ੍ਹਾਂ ਦੇ ਵਿੱਚ ਕੋਈ ਸਿੰਪਟਮ ਨਹੀਂ ਹੈਗੇ ਜਾਂ ਬਹੁਤ ਹੀ ਘੱਟ ਮਾਈਲਡ ਸਿੰਪਟਮਸ ਨੇ ਤੇ ਕੋਈ ਕੋਮੋਰਬਿਡਿਟੀ ਨਾਲ ਨਹੀਂ ਹੈਗੀ। ਇਸ ਦੇ ਇਲਾਵਾ ਗਿਆਨ ਸਾਗਰ ਦੇ ਵਿੱਚੋਂ ਟੋਟਲ 25 ਕੇਸਿਸ ਹੁਣ ਤੱਕ ਹੈਗੇ ਜੋ ਉੱਥੇ ਆਪਣਾ ਟ੍ਰੀਟਮੈਂਟ ਲੈ ਰਹੇ ਨੇ। ਗਿਆਨ ਸਾਗਰ ਵੀ ਸਾਡੇ ਵਾਸਤੇ ਲੈਵਲ 2 ਫੈਸਿਲਿਟੀ ਵਿੱਚੋਂ ਡਿਕਲੇਅਰ ਹੋਇਆ ਹੈਗਾ, ਗਿਆਨ ਸਾਗਰ ਮੈਡੀਕਲ ਸੈਂਟਰ ਬਨੂੜ ਦੇ ਵਿੱਚ ਰੋਪੜ ਜ਼ਿਲ੍ਹੇ ਵਾਸਤੇ। ਤੇ ਆਪ ਸਾਰਿਆਂ ਨੂੰ ਇੱਕ ਹੋਰ ਚੀਜ਼ ਦੀ ਜਾਣਕਾਰੀ ਦੇਣੀ ਹੈਗੀ ਕਿ ਪਿੱਛੇ ਜਿਹੜੇ ਪੋਜ਼ਿਟਿਵ ਕੇਸ ਆਏ ਸੀਗੇ ਉਹਨਾਂ ਦੇ ਕੰਟੈਕਟ ਟ੍ਰੇਸਿੰਗ, ਇੱਕ ਕੇਸ ਦੇ ਪਿੱਛੇ ਅਸੀਂ ਬਹੁਤ ਜ਼ਿਆਦਾ ਡੀਪ ਕੰਟੈਕਟ ਟ੍ਰੇਸਿੰਗ ਜਾ ਕੇ ਕਰੀਬਨ 45 से 50
ਪ੍ਰਾਇਮਰੀ ਕੰਟੈਕਟਸ ਦੀ ਟ੍ਰੇਸਿੰਗ ਅਸੀਂ ਕਰਵਾਉਂਦੇ ਹੈਗੇ। ਇਸ ਕਰਕੇ ਜਿਹੜੇ ਵਿਅਕਤੀ ਉਹਨਾਂ ਦੇ ਪ੍ਰਾਇਮਰੀ ਕੰਟੈਕਟ ਦੇ ਵਿੱਚ, ਜਿਵੇਂ ਕਿ ਉਹਨਾਂ ਦੀ ਫੈਮਿਲੀ, ਉਹਨਾਂ ਦੇ ਰਿਲੇਟਿਵਸ, ਉਹਨਾਂ ਦੇ ਫਰੈਂਡਸ ਜੋ ਉਹਨਾਂ ਦੇ ਕੰਟੈਕਟ ਦੇ ਵਿੱਚ ਆਏ ਸੀਗੇ, ਉਹਨਾਂ ਦਾ ਡਿਟੈਕਸ਼ਨ ਆਸਾਨ ਹੋ ਜਾਂਦਾ ਹੈਗਾ ਤੇ ਸਾਨੂੰ ਕੋਰੋਨਾ ਪੇਸ਼ੈਂਟਸ ਨੂੰ ਪਹਿਲੇ ਹੀ ਡਿਟੈਕਸ਼ਨ ਦੇ ਵਿੱਚ ਆਸਾਨੀ ਹੋ ਜਾਂਦੀ ਹੈ। ਉਹਨਾਂ ਨੂੰ ਟ੍ਰੀਟਮੈਂਟ ਅਸੀਂ ਚੰਗੇ ਤਰੀਕੇ ਨਾਲ ਤੇ ਫੌਰੀ ਤੌਰ ਤੇ ਦਿਲਾ ਸਕਦੇ ਨੇ। ਲੋਅਰ ਬ੍ਰਹਮਪੁਰ ਦੇ ਵਿੱਚ ਇੱਕ ਪਿੱਛੇ ਕੇਸ ਪੋਜ਼ਿਟਿਵ ਪਾਇਆ ਗਿਆ ਸੀਗਾ, ਜਿਹੜਾ ਐਕਸੀਡੈਂਟ ਕੇਸ ਸੀਗਾ। ਪੀਜੀਆਈ ਦੇ ਵਿੱਚ ਉਹਨਾਂ ਨੂੰ ਲੈ ਗਏ ਸੀਗੇ, ਲੇਕਿਨ ਅਨਫੋਰਚੂਨੇਟਲੀ ਉਹਨਾਂ ਦੀ ਬ੍ਰੇਨ ਇੰਜਰੀ ਹੋਣ ਕਾਰਨ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ। ਇਹਨਾਂ ਦੇ ਪਰਿਵਾਰ ਔਰ ਇਹਨਾਂ ਦੇ ਕੰਟੈਕਟ ਟ੍ਰੇਸਿੰਗ ਦੇ ਬਾਅਦ ਸਾਨੂੰ ਕਰੀਬਨ 12 ਵਿਅਕਤੀ ਉੱਥੇ ਪੋਜ਼ਿਟਿਵ ਮਿਲੇ ਜੋ ਇਹਨਾਂ ਦੇ ਪ੍ਰਾਇਮਰੀ ਕੰਟੈਕਟ ਦੇ ਵਿੱਚ ਸੀਗੇ। ਇਸ ਕਰਕੇ ਲੋਅਰ ਬ੍ਰਹਮਪੁਰ ਜਿਹੜਾ ਏਰੀਆ ਹੈਗਾ ਮਾਈਕਰੋ ਕੰਟੇਨਮੈਂਟ ਜ਼ੋਨ ਡਿਕਲੇਅਰ ਕੀਤਾ ਗਿਆ ਹੈਗਾ ਐਜ਼ ਪਰ ਡਿਪਾਰਟਮੈਂਟ ਆਫ ਹੈਲਥ ਗਾਈਡਲਾਈਨਸ। ਇਹ 10 ਦਿਨ ਤੱਕ ਅਸੀਂ ਐਕਸਟੈਂਸਿਵ ਹਾਊਸ ਟੂ ਹਾਊਸ ਸਰਵੇ ਉੱਥੇ ਕਰ ਰਹੇ ਨੇ ਤੇ ਨਾਲ ਹੀ ਅਸੀਂ ਆਪ ਸਾਰਿਆਂ ਨੂੰ ਜਿਹੜੇ ਵੀ ਲੋਅਰ ਬ੍ਰਹਮਪੁਰ ਦੇ ਵਿੱਚ ਵਸਨੀਕ ਨੇ ਉਹਨਾਂ ਨੂੰ ਇਹ ਵੀ ਵਿਸ਼ਵਾਸ ਦਿਲਾਉਣਾ ਚਾਹੁੰਦੇ ਨੇ ਕਿ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਹੈਗੀ। ਸੈਨੀਟਾਈਜੇਸ਼ਨ ਦੀ ਐਕਸਰਸਾਈਜ਼ ਉੱਥੇ ਕੀਤੀ ਜਾ ਰਹੀ ਹੈਗੀ ਤੇ ਐਸੈਂਸ਼ੀਅਲ ਸਰਵਿਸਿਜ਼ ਦੇ ਵਿੱਚ ਕੋਈ ਵੀ ਦਿੱਕਤ ਆਪ ਨੂੰ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਲੋਕਲ ਐਡਮਿਨਿਸਟ੍ਰੇਸ਼ਨ ਇਸ ਪੂਰੀ ਸਥਿਤੀ ਨੂੰ ਦੇਖ ਰਿਹਾ ਹੈਗਾ, ਕੰਟਰੋਲ ਕਰ ਰਿਹਾ ਹੈਗਾ ਤੇ ਆਪ ਨੂੰ ਜੇਕਰ ਕੋਈ ਵੀ ਦਿੱਕਤ ਆਉਂਦੀ ਹੈਗੀ ਕਾਈਂਡਲੀ ਸਾਡੇ ਹੈਲਪਲਾਈਨ ਨੰਬਰ ਤੇ ਪਲੀਜ਼ ਸੰਪਰਕ ਕੀਤਾ ਜਾਵੇ। ਆਪ ਸਾਰਿਆਂ ਤੋਂ ਇੱਕ ਹੋਰ ਚੀਜ਼ ਮੈਂ ਸਾਂਝਾ ਕਰਨਾ ਚਾਹੁੰਦੀ ਹਾਂ ਕਿ ਜਿਵੇਂ ਹੁਣ ਕੇਸਿਸ ਲਗਾਤਾਰ ਵੱਧ ਰਹੇ ਨੇ, ਪੀਕ ਆ ਰਹੀ ਹੈ, ਸਕੋਪ ਆ ਰਿਹਾ ਹੈਗਾ, ਇਸ ਚੀਜ਼ ਨੂੰ ਦੇਖਦੇ ਹੋਏ ਆਈਟੀ ਸਿਸਟਮਸ की और ਟੈਕਨੋਲੋਜੀ ਦੀ ਮਦਦ ਤੋਂ ਆਈਟੀ ਚੇਨਈ ਵੱਲੋਂ ਇੱਕ ਸਿਸਟਮ ਡਿਵੈਲਪ ਕੀਤਾ ਗਿਆ ਹੈਗਾ, ਇਤਿਹਾਸ ਸਿਸਟਮ, ਜੋ ਆਰੋਗਯ ਸੇਤੂ ਜਿਹੜਾ ਤੁਹਾਡਾ ਐਪ ਹੈ ਉਸ ਦਾ ਡੇਟਾ ਕੈਪਚਰ ਕਰਦਾ ਹੈਗਾ ਤੇ ਸਾਨੂੰ ਇਹ ਮਦਦ ਕਰਦਾ ਹੈਗਾ ਜਿਹੜੇ ਐਮਰਜਿੰਗ ਹੌਟਸਪੌਟ ਜਾਂ ਫਿਊਚਰ ਹੌਟਸਪੌਟ ਪੋਟੈਂਸ਼ੀਅਲ ਨੇ जिथे ज़्यादा केसेस आ सकते हैं, ऐसे पॉजिटिव कॉन्टैक्ट पेशेंट्स के आरोग्य सेतु ऐप डेटा जिथे जिथे वो लोकेशन गए ने, जिथे जिथे वो ठहरे ने, उन्होंने डेटा इस्तेमाल करते हुए ये पॉजिटिव जेडे पोटेंशियल हॉटस्पॉट आने की संभावना हैगी ये डेटा वो जनरेट करता हैगा। इसी चीज़ की असी भी वरतों ले रहे हैं तो इसका हैल्प असी टैक्नोलॉजी राही सानू हुण पता चल रहा हैगा कि जो एमरजिंग हॉटस्पॉट्स आगे जिले ਦੇ ਵਿੱਚ ਹੋ ਸਕਦੇ ਨੇ, ਅਸੀਂ ਇਹਤਿਆਤ ਬਰਤਨੇ ਨੇ ਤੇ ਇਨ ਹੌਟਸਪੌਟ ਦੇ ਵਿੱਚ ਅਸੀਂ ਸਪੈਸ਼ਲ ਡਰਾਈਵ ਚਲਾ ਕੇ ਸੈਨੀਟਾਈਜੇਸ਼ਨ ਦੀ ਐਕਸਰਸਾਈਜ਼ ਤੇ ਐਕਸਟੈਂਸਿਵ ਹਾਊਸ ਟੂ ਹਾਊਸ ਸਰਵੇ ਕਰਵਾ ਰਹੇ ਨੇ। ਕੁਝ ਏਰੀਆਜ਼ ਆਨਪੁਰ ਸਾਹਿਬ ਤੇ ਨੰਗਲ ਦੇ ਵਿੱਚ ਵੀ ਇਦਾਂ ਦੇ ਪਾਏ ਗਏ ਸੀਗੇ ਤੇ ਇਹ ਸਾਡੀ ਕੋਸ਼ਿਸ਼ ਜਾਰੀ ਹੈ ਕਿ ਕੋਰੋਨਾ ਪੇਸ਼ੈਂਟਸ ਘੱਟ ਤੋਂ ਘੱਟ ਡਿਸਟ੍ਰਿਕਟ ਦੇ ਵਿੱਚ ਇਹ ਬਿਮਾਰੀ ਲੋਕਾਂ ਨੂੰ ਲੱਗੇ ਤੇ ਨਾਲ ਹੀ ਜਿਹੜੇ ਕੋਰੋਨਾ ਪੇਸ਼ੈਂਟਸ ਨੂੰ ਡਿਟੈਕਟ ਹੋ ਕੇ ਆ ਰਹੇ ਨੇ ਇਹ ਛੇਤੀ ਤੋਂ ਛੇਤੀ ਡਿਕਲੇਅਰ ਇਹਨਾਂ ਦੀ ਡਿਟੈਕਸ਼ਨ ਹੋ ਪਾਏ ਤਾਂ ਕਿ ਇਹਨਾਂ ਨੂੰ ਮੁੱਢਲੀ ਜਿਹੜੀ ਸਿਹਤ ਸੇਵਾਵਾਂ ਹੈਗੀ, ਜਿਹੜਾ ਟ੍ਰੀਟਮੈਂਟ ਹੈਗਾ ਇਹ ਸਮੇਂ ਸੇ ਇਹਨਾਂ ਨੂੰ ਦਿੱਤਾ ਜਾ ਸਕੇ ਤਾਂ ਕਿ ਇਹ ਸਾਰੇ ਵਿਅਕਤੀ ਵੀ ਕੋਰੋਨਾ ਦੀ ਲੜਾਈ ਤੋਂ ਜਿੱਤ ਕੇ ਉਹਨਾਂ ਨੂੰ ਕੋਰੋਨਾ ਨੂੰ ਮਾਰ ਦੇ ਕੇ ਘਰ ਵਾਪਸ ਇਹਨਾਂ ਦੀ ਵਾਪਸੀ ਹੋ ਸਕੇ। आगे कोरोना अपडेट ਦੇ ਵਿੱਚ ਜਿਵੇਂ ਮੈਂ ਆਪ ਨੂੰ ਕੱਲ ਵੀ ਕਿਹਾ ਸੀਗਾ ਕਿ ਸਾਡੇ ਕੋਲ ਕੁਝ ਇਨਸਟਰਕਸ਼ਨਸ ਪ੍ਰਾਪਤ ਹੋਈ ਹੈਗੀ। ਰੱਖੜੀ ਦੇ ਤਿਉਹਾਰ ਸਾਰਿਆਂ ਨੂੰ ਜਿਵੇਂ ਪਤਾ ਹੈਗਾ ਅਗਲੇ ਸੋਮਵਾਰ ਦੇ ਵਿੱਚ ਸਾਰੇ ਲੋਕ ਇਸ ਕੋਰੋਨਾ ਦੇ ਵਿੱਚ ਅਸੀਂ ਬਹੁਤ ਵੱਡਾ ਪਰਵ ਜਿਹੜਾ ਹੈ ਰੱਖੜੀ ਦਾ, ਭਾਈ ਬਹਿਨ ਦੇ ਸੰਬੰਧ ਦਾ ਅਸੀਂ ਮਨਾਉਣ ਜਾ ਰਹੇ ਨੇ। ਕਾਫੀ ਜ਼ਿਆਦਾ ਐਸੋਸੀਏਸ਼ਨਸ ਤੇ ਲੋਕਾਂ ਦੀ ਡਿਮਾਂਡ ਸੀਗੀ ਕਿ ਰੱਖੜੀ ਦੇ ਤਿਉਹਾਰ ਨੂੰ ਦੇਖਦੇ ਹੋਏ ਸੰਡੇ ਨੂੰ स्वीट शॉप्स ਜਿਹੜੇ ਹਲਵਾਈ ਦੀ ਦੁਕਾਨ ਹੈਗੀ ਕਿਉਂਕਿ ਮਿਠਾਈਆਂ ਵਗੈਰਾ ਦਾ ਕਿਉਂਕਿ ਇਸ ਦੇ ਵਿੱਚ ਖਰੀਦ ਫਰੋਖਤ ਜ਼ਿਆਦਾ ਰਹਿੰਦੀ ਹੈਗੀ, ਉਹਨਾਂ ਨੂੰ ਖੁੱਲਾ ਰੱਖਣ ਦੀ ਛੂਟ ਦਿੱਤੀ ਜਾਵੇ। ਇਸ ਕਰਕੇ ਪੰਜਾਬ ਸਰਕਾਰ ਵੱਲੋਂ ਇਹ ਡਿਮਾਂਡ ਜਿਹੜੀ ਆਈ ਸੀਗੀ ਇਸ ਨੂੰ ਮੰਨਦੇ ਹੋਏ ਅੱਜ ਇਹ ਇੰਸਟਰਕਸ਼ਨਸ ਪਾਸ ਆਨ हुए हैं कि 2 ਅਗਸਤ ਨੂੰ ਜੋ ਸੰਡੇ ਹੈ, ਜੋ ਨੋਰਮਲ ਸਰਕਮਸਟੈਂਸਸ ਦੇ ਵਿੱਚ ਜੋ ਨੋਰਮਲ ਜਿਹੜੇ ਇੰਸਟਰਕਸ਼ਨਸ ਹੈਗੇ ਉਸ ਦੇ ਦੌਰਾਨ 2 ਅਗਸਤ ਨੂੰ ਨਾਰਮਲੀ ਅਸੀਂ ਨਾਨ ਐਸੈਂਸ਼ੀਅਲ ਕਮੋਡਿਟੀ ਆਈਟਮਸ ਨੂੰ ਖੁੱਲਾ ਨਹੀਂ ਰੱਖਦੇ, ਖੁੱਲਾ ਰੱਖਣ ਤੇ ਉਹਨਾਂ ਦੀ ਮਨਾਹੀ ਹੈਗੀ। ਲੇਕਿਨ 2 ਅਗਸਤ ਨੂੰ ਹਲਵਾਈ ਦੀ ਸ਼ਾਪਸ, ਸਿਰਫ ਹਲਵਾਈ ਦੀ ਸ਼ਾਪਸ ਮੈਂ ਆਪਕੋ ਅੰਡਰਲਾਈਨ ਕਰਨਾ ਚਾਹੁੰਦੀ ਹਾਂ, ਇਸ ਦੇ ਵਿੱਚ ਸਿਰਫ ਸਵੀਟ ਸ਼ਾਪਸ ਜਿਵੇਂ ਕਹਿ ਸਕਦੇ ਹਾਂ ਜਿੱਥੇ ਮਿਠਾਈ ਮਿਲਦੀ ਹੈਗੀ, ਮਿਠਾਈ ਦੀ ਦੁਕਾਨਾਂ ਨੂੰ ਖੁੱਲਾ ਰੱਖਣ ਦੀ ਛੂਟ ਹੋਵੇਗੀ। तो इस करके आप सारिਆਂ ਦਾ ਜਿਵੇਂ ਡਿਮਾਂਡ ਰਿਹਾ ਹੈਗਾ, ਆਪ ਸਾਰਿਆਂ ਦੀ ਜਿਹੜੀ ਇੱਛਾ ਸੀਗੀ ਉਸ ਨੂੰ ਮੰਨਦੇ ਹੋਏ ਪੰਜਾਬ ਸਰਕਾਰ ਵੱਲੋਂ ਹਲਵਾਈ ਤੇ ਮਿਠਾਈ ਦੀ ਦੁਕਾਨਾਂ ਨੂੰ 2 ਅਗਸਤ ਨੂੰ ਛੂਟ ਦਿੱਤੀ ਗਈ ਹੈਗੀ ਸਵੇਰੇ
7 ਵਜੇ ਤੋਂ ਲੈ ਕੇ ਰਾਤੀ 8 ਵਜੇ ਤੱਕ ਉਹ ਖੋਲ ਸਕਦੇ ਨੇ ਐਸੈਂਸ਼ੀਅਲ ਆਈਟਮਸ ਦੀ ਦੁਕਾਨਾਂ ਦੇ ਨਾਲ ਹੀ, ਤੇ ਉਹਨਾਂ ਨੂੰ ਇਸ ਦੇ ਵਿੱਚ ਕੋਈ ਵੀ ਦਿੱਕਤ ਪੇਸ਼ ਨਹੀਂ ਆਏਗੀ। ਇਸ ਤੋਂ ਇਲਾਵਾ ਬਾਕੀ ਹੋਰ ਦੁਕਾਨਾਂ ਜਿਹੜੀ ਹੈਗੀ ਜੋ ਹੋਰ ਕੋਈ ਜਨਰਲ ਮਰਚੈਂਟਸ ਨੇ ਜਾਂ ਹੋਰ ਤਰ੍ਹਾਂ ਦੀ ਨਾਨ ਐਸੈਂਸ਼ੀਅਲ ਆਈਟਮਸ ਦੀ ਦੁਕਾਨਾਂ ਹੈਗੀ, ਉਹਨਾਂ ਦੇ ਖੁੱਲਣ ਤੇ ਪਾਬੰਦੀ ਹੋਵੇਗੀ, ਤੇ ਉਹ ਇਸ ਜੋ ਨਾਨ ਐਸੈਂਸ਼ੀਅਲ ਤਰ੍ਹਾਂ ਦੇ ਵਜੋਂ ਦੇ ਕਿਸਮ ਦੇ ਆਈਟਮਸ ਨੇ ਉਹਨਾਂ ਨੂੰ ਨਹੀਂ ਖੋਲ ਸਕਦੇ ਹੈ। ਤੇ ਕਾਈਂਡਲੀ ਇਸ ਚੀਜ਼ ਨੂੰ ਥੋੜਾ ਸਾ ਧਿਆਨ ਦੇ ਵਿੱਚ ਰੱਖਿਆ ਜਾਵੇ ਕਿ ਸਿਰਫ ਸਵੀਟ ਸ਼ਾਪਸ ਨੂੰ ਹੀ, ਸਿਰਫ ਮਠਾਈ ਦੀ ਦੁਕਾਨਾਂ ਨੂੰ ਹੀ ਇਹ ਛੂਟ ਦਿੱਤੀ ਗਈ ਹੈ ਕਿ ਸਰਕਾਰ ਵੱਲੋਂ ਕਿ ਉਹ ਰੱਖੜੀ ਦੇ ਤਿਉਹਾਰ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ 2 ਅਗਸਤ ਨੂੰ ਖੋਲ ਸਕਦੇ ਨੇ। ਇਹ ਰਿਲੈਕसेशन सिर्फ 2 ਅਗਸਤ ਨੂੰ ਹੀ ਜਾਰੀ ਹੋਏਗੀ। ਅਗਲੇ ਸੰਡੇ ਜਾਂ ਆਗੇ ਆने वाले ਸੰਡਿਆਂ ਦੇ ਵਿੱਚ ਜੇਕਰ ਕੋਈ ਇਨਸਟਰਕਸ਼ਨਸ ਪਾਸ ਆਨ ਹੁੰਦੇ ਤਾਂ ਆਪ ਨੂੰ ਜ਼ਰੂਰ ਦਿੱਤੀ ਜਾਵੇਗਾ ਇਸ ਦੀ ਜਾਣਕਾਰੀ, ਲੇਕਿਨ ਸਿਰਫ ਇੱਕ ਸੰਡੇ ਵਾਸਤੇ ਜੋ 2 ਅਗਸਤ ਹੈ ਇਸ ਦੇ ਵਿੱਚ ਸਵੀਟ ਸ਼ਾਪਸ ਖੁੱਲੀ ਰੱਖ ਸਕਦੇ हैं। नाल ही कुछ चीज़ें होर मुरली हैंगी जो मैं बार बार आप सबसे अपील करती हूँ और आप लोगों से शेयर भी करती रहती हूँ कि मास्क ਦੀ ਵਰਤੋਂ ਹੁਣ ਵੀ ਅਸੀਂ ਰੱਖੜੀ ਦੇ ਤਿਉਹਾਰ ਦੇ ਵਿੱਚ ਕਾਫੀ ਖਰੀਦਦਾਰੀ ਲੋਕ ਆ ਕੇ ਬਾਜ਼ਾਰਾਂ ਦੇ ਵਿੱਚ ਕਰ ਰਹੇ ਨੇ, ਲੇਕਿਨ ਫਿਰ ਵੀ ਮਾਸਕ ਦੀ ਵਰਤੋਂ ਨਹੀਂ ਵੇਖੀ ਜਾ ਰਹੀ ਹੈਗੀ। ਪੁਲਿਸ ਵੱਲੋਂ ਬਾਰ-ਬਾਰ ਆਪ ਸਾਰਿਆਂ ਨੂੰ ਹਿਦਾਇਤ ਕੀਤੀ ਜਾ ਰਹੀ ਹੈ, ਕਈ ਲੋਕਾਂ ਦੇ ਚਲਾਨ ਵੀ ਕੀਤੇ ਜਾ ਰਹੇ ਹੈਗੇ, ਉਹਨਾਂ ਨੂੰ ਸਮਝਾਇਆ ਵੀ ਜਾ ਰਿਹਾ ਹੈਗਾ, लेकिन ये चीज़ देखने को मिल रही है कि स्पेशली यंगस्टर्स इस चीज़ में ध्यान नहीं दे रहे। तो काइंडली आपके घर के से बाहर जब भी कोई निकलता है उसको ये हिदायत प्लीज़ आप दें, जो घर की माएँ हैं, घर की जड़ी होम मिनिस्टर्स हैं, वो प्लीज़ इस चीज़ का ध्यान दें, क्योंकि आप घर में रह के आप सारे का ख्याल रखती हैंगी तो अपने परिवार का बाहर भी जो ख्याल रखें। एक उन्होंने हिदायत जरूर दी जाए, स्पेशली जो यंगस्टर्स ने जो बाहर निकलते हैं कि हमेशा मास्क की वरतों हर पब्लिक प्लेस पे की जाए ताकि आपनू आपके परिवार नू इस जानलेवा बीमारी तो बचाया जा सके। एक होर अपील पंजाब सरकार वालों एक एडवाइस के तौर पे, एक सजेशन के तौर पे सारे स्वीट शॉप ओनर्स ने, क्योंकि हुण एक रिलैक्सेशन दी है कि सरकार वालों आज की गई है कि इस तो बढ़िया की होएगा कि तुसी स्वीट दे नाल एक मास्क ज़रूर अपने कस्टमर नू दो ताकि मास्क की वरतों असी वधा सके, मास्क की वरतों की इंपॉर्टेंस असी लोगों नू दस सकीए कि जिवें रखड़ी का त्यौहार इंपॉर्टेंट है सारिਆਂ वास्ते, उसी तरीके नाल मास्क की वरतों ते मास्क नू पहनना उन्ना ही ज़रूरी है, उन्ना ही लाजमी है। तो आप सारिਆਂ तो रिक्वेस्ट है जिन्ने भी मैनू सुन रहे ने, आप सारे तो एक मैं अपील भी करना चाहती हाँ कि इस चीज़ ਨੂੰ एक मुहिम वर्गा बनाते हुए सरकार वालों जो ਤੁਹਾਨੂੰ रिलैक्सेशन दी हैगी इस ਨੂੰ एक आगे मिशन फतेह का एक मुद्दा उठाते हुए एक जिवें कह सकते हैं एक थोड़ा बीड़ा जिहड़ा उठाना हैगा ਤੁਹਾਨੂੰ कि मास्क ਦੀ ਵਰਤੋਂ ਵਧਾਉਣ ਵਾਸਤੇ ਜੇਕਰ ਤੁਸੀਂ स्वीट शॉप ਦੇ ਵਿੱਚ ਆਪਣੀ स्वीट सेल कर रहे हो तो ਉਸ ਦੇ ਨਾਲ एक मास्क ज़रूर कस्टमर ਨੂੰ ਦਿੱਤਾ ਜਾਵੇ ताकि ਉਸ ਦੀ ਵਰਤੋਂ ਦੀ ਇੰਪੋਰਟੈਂਸ ਨੂੰ ਕਸਟਮਰ ਨੂੰ ਸਮਝਾਇਆ ਜਾ ਸਕੇ। ਉਹਨਾਂ ਨੂੰ ਜ਼ਰੂਰ ਕਹਿਣ ਕਿ ਤੁਸੀਂ ਬਾਹਰ ਬੇਸ਼ੱਕ ਆਏ ਹੋ ਲੇਕਿਨ ਮਾਸਕ ਜ਼ਰੂਰ ਪਹਿਨੋ। साथ ही कुछ अच्छी चीज़ें रोपड़ डिस्ट्रिक्ट ਦੇ ਵਿੱਚ ਹੋਈ ਹੈਗੀ, ਜਿਵੇਂ ਸਾਰਿਆਂ ਨੂੰ ਪਤਾ ਹੈਗਾ ਕਿ 12ਵੀਂ ਦੇ ਵਿੱਚ ਕੁਝ ਸਾਡੇ ਟੌਪਰਸ ਰਹੇ ਹੈਗੇ ਜਿਨ੍ਹਾਂ ਨੂੰ ਸਰਕਾਰ ਵੱਲੋਂ ਵੀ ਕੰਗ੍ਰੈਚੁਲੇਟ ਕੀਤਾ ਗਿਆ ਹੈਗਾ, ਤੇ ਅਸੀਂ ਕੁਝ ਦਿਨਾਂ ਦੇ ਵਿੱਚ बेटी बचाओ बेटी पढ़ाओ कार्यक्रम के दौरान उन सारी बच्चियां नू भी सम्मानित करना चाहांगे, उन्होंने पेरेंट्स नू टीचर्स नू नाल ही बच्चियां नू ऑनलाइन क्लासेस वास्ते असी हुण जिवें सरकार वालों हुआ हैगा कि स्मार्टफोन या टैबलेट देने की प्रक्रिया असी आरंभ करन जा रहे हैं। तो ये बहुत चंगा हैगा ते बच्चियां वास्ते ये बहुत ज़्यादा हायर मोरल बूस्टर होएगा कि वो अपनी ऑनलाइन क्लासेस जारी रखणगे। नाल ही एक होर चीज़ हैगी कि जेडे बच्चे 12वीं पास हो चुके हैं कोई कैरियर काउंसलिंग सैशन वगैरह जेकर तुसी करना चाहते हो, साडा डिस्ट्रिक्ट ब्यूरो ऑफ इंप्लॉयमेंट एक्सचेंज है जो DC ऑफिस दे विच ही स्थित है, जिन्हां दे ब्रांचेस भी हैंगे, तो जेकर तुसी SDM दफ्तर विच संपर्क करना चाहते हो उत्थे भी कर सकते हो। उत्थे जाके तुसी जेकर तुसी कोई भी नौकरी ਜਾਂ वैकेंसी दे वास्ते अप्लाई करना चाहते हो, रजिस्टर करना चाहते हो, भावें तुसी ऑनलाइन कर सकते हो। डिस्ट्रिक्ट ब्यूरो ऑफ इंप्लॉयमेंट एक्सचेंज रूपनगर का फेसबुक पेज भी है तो साथ में लाइव भी हैगा, तुसी उत्थे जाके रजिस्टर कर सकते हो। ਜਾਂ
ਤੁਸੀਂ ਆਪਣੇ SDM ਦਫ਼ਤਰ ਦੇ ਵਿੱਚ ਜਾਂ ਜੇਕਰ DC ਆਫਿਸ ਦੇ ਵਿੱਚ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਉੱਥੇ ਆ ਕੇ ਤੁਸੀਂ ਰਜਿਸਟ੍ਰੇਸ਼ਨ ਵਾਸਤੇ ਵੱਧ ਤੋਂ ਵੱਧ ਜਾਣਕਾਰੀ ਵੀ ਲੈ ਸਕਦੇ ਹੋ। ਇਸ ਦੇ ਵਿੱਚ ਅਸੀਂ ਆਪ ਸਾਰੇ ਸਟੂਡੈਂਟਸ ਔਰ ਜੋ ਜੌਬ ਸੀਕਰਸ ਉਹਨਾਂ ਦੇ ਵਾਸਤੇ ਟ੍ਰੇਨਿੰਗ ਸੈਸ਼ਨਸ ਆਰਗੇਨਾਈਜ਼ ਕਰਦੇ ਨੇ, ਵੈਬਿਨਾਰਸ ਆਰਗੇਨਾਈਜ਼ ਕਰਦੇ ਨੇ, 1-to-1 ਕਾਉਂਸਲਿੰਗ ਸੈਸ਼ਨਸ ਹੁੰਦੇ ਨੇ। ਨਾਲ ਹੀ ਤੁਹਾਨੂੰ ਜਿਹੜੇ ਡਿਸਟ੍ਰਿਕਟ ਦੇ ਵਿੱਚ ਜਿਹੜੀ ਇੰਡਸਟਰੀਆਂ ਹੈਗੇ ਤੇ ਆਸ-ਪਾਸ ਦੇ ਜ਼ਿਲ੍ਹਿਆਂ ਦੀ ਜਿਹੜੀ ਇੰਡਸਟਰੀ ਹੈਗੀ ਜਿਨ੍ਹਾਂ ਦੇ ਵੈਕੈਂਸੀ ਸਾਨੂੰ ਸਮੇਂ-ਸਮੇਂ ਤੇ ਪ੍ਰਾਪਤ ਹੁੰਦੀ ਰਹਿੰਦੀ ਹੈਗੀ, ਉਸ ਦੀ ਜਾਣਕਾਰੀ ਵੀ ਤੁਹਾਡੇ ਨਾਲ ਅਸੀਂ ਸਾਂਝਾ ਕਰਦੇ ਨੇ। ਤੇ ਮੈਂ ਸਾਰੇ ਯੂਥ ਨੂੰ ਰਿਕੁਐਸਟ ਕਰਾਂਗੀ ਤੇ ਅਪੀਲ ਵੀ ਕਰਾਂਗੀ ਕਿ ਇਸ ਮੈਸੇਜ ਨੂੰ ਵੱਧ ਤੋਂ ਵੱਧ ਤੁਸੀਂ ਆਪਣੇ ਕੰਟੈਕਟਸ के थ्रू फैलाओ ताकि जिन लोगों ਨੂੰ ਇਸ ਕੋਵਿਡ ਮਹਾਮਾਰੀ ਦੇ ਦੌਰਾਨ ਕਈਆਂ ਦੀ ਨੌਕਰੀ ਛੂਟ ਚੁੱਕੀ ਹੈਗੀ ਜਾਂ ਫਿਰ ਕੰਮ ਨਹੀਂ ਮਿਲ ਰਿਹਾ ਹੈਗਾ, ਉਹ ਬਹੁਤ ਸੌਖੇ ਤਰੀਕੇ ਨਾਲ ਸਾਡੇ ਕੋਲ ਆ ਕੇ ਆਪਣੀ ਰਜਿਸਟ੍ਰੇਸ਼ਨ ਕਰਾ ਸਕਦੇ ਨੇ ਤੇ ਅਸੀਂ ਉਹਨਾਂ ਦੀ ਸਕਿੱਲ ਸੈਟ ਮੈਚ ਕਰਦੇ ਹੋਏ ਜਿਹੜੀ ਵੀ ਵੈਕੈਂਸੀ ਸਾਡੇ ਕੋਲ ਉਪਲਬਧ ਹੋ ਰਹੀ ਹੈਗੀ ਉਸ ਤੋਂ ਉਹਨਾਂ ਦਾ ਇੰਟਰਵਿਊ ਅਤੇ ਵਰਚੁਅਲ ਜੌਬ ਮੇਲਾ ਵੀ ਆਰਗੇਨਾਈਜ਼ ਕਰਵਾਵਾਂਗੇ ਤਾਂ ਕਿ ਉਹਨਾਂ ਨੂੰ ਅੱਗੇ ਜਾ ਕੇ ਜੌਬ ਮਿਲ ਸਕੇ ਤੇ ਉਹਨਾਂ ਦਾ ਕੈਰੀਅਰ ਜਿਹੜਾ ਹੈਗਾ ਉਹ ਸਵਰ ਸਕੇ। ਤੇ ਇਸ ਚੀਜ਼ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰੀਏ ਤੇ ਮੈਂ ਆਪ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਦੇਣਾ ਚਾਹੁੰਦੀ ਹਾਂ ਕਿ ਤੁਸੀਂ ਰੂਪਨਗਰ ਜ਼ਿਲ੍ਹੇ ਦੇ ਵਿੱਚ ਹੁਣ ਤੱਕ ਬਹੁਤ ਜ਼ਿਆਦਾ ਕੰਟਰੋਲ ਅਸੀਂ ਕੀਤਾ ਹੈਗਾ। ਕਮਿਊਨਿਟੀ ਟ੍ਰਾਂਸਮਿਸ਼ਨ ਦਾ ਕੋਈ ਖਤਰਾ ਨਹੀਂ ਹੈ ਅਭੀ ਤੱਕ ਰੂਪਨਗਰ ਜ਼ਿਲ੍ਹੇ ਦੇ ਵਿੱਚ। ਇਸ ਨੂੰ ਅੱਗੇ ਵਧਾਉਂਦੇ ਹੋਏ ਇਹ ਬਹੁਤ ਜ਼ਰੂਰੀ ਹੈ ਤੇ ਇਹ ਬਹੁਤ ਲਾਜ਼ਮੀ ਹੈ ਕਿ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਿਆ ਜਾਵੇ, ਮਾਸਕ ਦੀ ਵਰਤੋਂ ਕੀਤੀ ਜਾਵੇ, ਜਿੱਥੇ ਵੀ ਤੁਸੀਂ ਪਬਲਿਕ ਪਲੇਸ 'ਤੇ ਨਿਕਲਦੇ ਹੋ ਉਸਦੇ ਉੱਥੇ ਤੁਸੀਂ ਸੈਨੀਟਾਈਜ਼ਰ ਦਾ ਪ੍ਰਯੋਗ ਕਰੋ ਤੇ ਜਿਹੜੇ ਪੇਸ਼ੇਵਾਰ ਲੋਕ ਨੇ, ਜਿਹੜੇ ਪ੍ਰੋਫੈਸ਼ਨਲਸ ਨੇ, ਉਹਨਾਂ ਨੂੰ ਵੀ ਰਿਕੁਐਸਟ ਹੈ ਕਿ ਵੱਧ ਤੋਂ ਵੱਧ ਤੁਹਾਡੀ ਜਿਹੜੀ ਪਬਲਿਕ ਗੈਦਰਿੰਗਸ ਹੁੰਦੀ ਨੇ, ਜਿਹੜੇ ਵਰਕ ਪਲੇਸ ਗੈਦਰਿੰਗਸ ਹੁੰਦੀ ਉਹਨਾਂ ਨੂੰ ਘਟਾਇਆ ਜਾਵੇ ਤੇ ਤੁਸੀਂ ਵੱਧ ਤੋਂ ਵੱਧ ਮੀਟਿੰਗ ਜਿਹੜੀ ਹੈਗੀ ਹੁਣ ਆਨਲਾਈਨ ਐਪਸ ਵੀ ਕਾਫੀ ਜ਼ਿਆਦਾ ਆ ਰਹੀ ਹੈਗੀ ਉਸ ਦੀ ਵਰਤੋਂ ਕੀਤੀ ਜਾਵੇ। ਤੇ ਆਪ ਸਾਰਿਆਂ ਵੱਲੋਂ ਜੋ ਵੀ ਕੋਈ ਕੁਐਰੀ ਹੁੰਦੀ ਹੈਗੀ ਤੁਸੀਂ ਇਸ ਪੇਜ 'ਤੇ ਸ਼ੇਅਰ ਸਾਡੇ ਨਾਲ ਕਰ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਤੁਰੰਤ ਹੀ ਰਿਪਲਾਈ ਕੀਤਾ ਜਾਵੇ, ਨਹੀਂ ਤਾਂ ਜੇਕਰ ਕੋਈ ਕਲੈਰੀਫਿਕੇਸ਼ਨ ਮੇਰੇ ਵੱਲੋਂ ਤੁਹਾਨੂੰ ਦਿੱਤੀ ਜਾਣੀ ਹੈਗੀ ਤੇ ਜਿਹੜਾ ਵੈਨਸਡੇ ਨੂੰ ਲਾਈਵ ਪ੍ਰੋਗਰਾਮ ਹੁੰਦਾ ਹੈਗਾ ਉਸ ਦੇ ਵਿੱਚ ਇਹ ਕਲੈਰੀਫਿਕੇਸ਼ਨ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇਗੀ। ਮੈਂ ਇਸ ਚੀਜ਼ ਨੂੰ ਵਾਪਸ ਦੁਹਰਾਉਣਾ ਚਾਹੁੰਦੀ ਹਾਂ ਕਿ ਜਿਹੜੇ ਬਾਹਰਲੇ ਸਟੇਟ ਤੋਂ ਬਾਰ-ਬਾਰ ਲੋਕੀ ਮੈਨੂੰ ਕੁਐਰੀ ਪੁੱਛਦੇ ਨੇ ਟਵਿੱਟਰ 'ਤੇ ਵੀ ਤੇ ਸੋਸ਼ਲ ਮੀਡੀਆ 'ਤੇ ਵੀ, ਮੈਂ ਉਹਨਾਂ ਦੇ ਵਾਸਤੇ ਉਹਨਾਂ ਦੀ ਜਾਣਕਾਰੀ ਵਾਸਤੇ ਜਾਣਕਾਰੀ ਦੇਣਾ ਚਾਹੁੰਦੀ ਹਾਂ ਕਿ ਜਿਹੜੇ ਵੀ ਵਿਅਕਤੀ ਬਾਹਰਲੇ ਸਟੇਟ ਤੋਂ ਵਾਪਸ ਪਰਤ ਰਹੇ ਨੇ, ਜੇਕਰ ਉਹ ਏਸਿਮਟੋਮੈਟਿਕ ਨੇ ਉਹਨਾਂ ਨੂੰ ਮੈਂਡੇਟਰੀਲੀ 14 ਦਿਨ ਵਾਸਤੇ ਹੋਮ ਕੁਆਰੰਟਾਈਨ ਦੇ ਵਿੱਚ ਰੱਖਿਆ ਜਾਵੇਗਾ। ਜੇਕਰ ਉਹ ਏਸਿਮਟੋਮੈਟਿਕ ਪਾਏ ਗਏ ਮਤਲਬ ਉਹਨਾਂ ਨੂੰ ਕੋਈ ਲੱਛਣ ਨਹੀਂ ਹੈ, ਕੁਝ ਇਦਾਂ ਦੇ ਕੋਈ ਸਿੰਪਟਮਸ ਨਹੀਂ ਹੈਗੇ। ਜੇਕਰ ਉਹ ਸਿੰਪਟੋਮੈਟਿਕ ਹੋਏ ਤਾਂ ਉਹਨਾਂ ਨੂੰ ਸਿੱਧੇ ਹੀ ਕੁਆਰੰਟਾਈਨ ਸੈਂਟਰਾਂ ਦੇ ਵਿੱਚ ਜਾਂ ਆਈਸੋਲੇਸ਼ਨ ਵਾਰਡਸ ਦੇ ਵਿੱਚ ਉਹਨਾਂ ਦੀ ਟੈਸਟਿੰਗ ਵਾਸਤੇ ਉਹਨਾਂ ਨੂੰ ਸ਼ਿਫਟ ਕੀਤਾ ਜਾਵੇਗਾ। ਇਸ ਦੇ ਬਾਰੇ ਕੋਈ ਦੋ ਰਾਏ ਨਹੀਂ ਹੈ। ਨਾਲ ਹੀ ਇਸ ਦੇ ਵਿੱਚ ਉਹਨਾਂ ਨੂੰ ਛੂਟ ਦਿੱਤੀ ਗਈ ਹੈਗੀ ਜੋ ਪੰਜਾਬ ਦੇ ਵਿੱਚ 72 ਘੰਟੇ ਤੋਂ ਘੱਟ ਟ੍ਰਾਂਜ਼ਿਟ ਕਰ ਰਹੇ ਨੇ ਜਾਂ ਫਿਰ ਉਹਨਾਂ ਨੇ ਵਾਪਸ ਜਾਣਾ ਹੈਗਾ। ਇਸ ਵਾਸਤੇ ਜਿਹੜੇ ਵੀ ਉਹ ਨਾਕੇ ਤੋਂ ਐਂਟਰ ਕਰ ਰਹੇ ਨੇ, ਭਾਵੇਂ ਉਹ ਸ਼ੰਭੂ ਬੈਰੀਅਰ ਹੋ, ਭਾਵੇਂ ਉਹ ਹਿਮਾਚਲ ਦੀ ਤਰਫ ਤੋਂ ਜਿਹੜੇ ਰੂਪਨਗਰ ਦੇ ਬੈਰੀਅਰਸ ਨੇ ਉੱਥੋਂ ਐਂਟਰੀ ਕਰ ਰਹੇ ਨੇ, ਉਹਨਾਂ ਦੇ ਨਾਕਿਆਂ ਤੋਂ ਐਂਟਰੀ ਕਰ ਰਹੇ ਨੇ, ਉੱਥੇ ਇੰਚਾਰਜ ਨਾਕਾ ਨੂੰ ਇੱਕ ਪਾਰਟਿਕੂਲਰ ਸੈਟ ਫਾਰਮੈਟ ਦੇ ਵਿੱਚ ਜਿਹੜੀ ਅੰਡਰਟੇਕਿੰਗ ਹੈਗੀ ਉਹ ਦੇਣੀ ਪਏਗੀ। ਜੇਕਰ ਵਿਅਕਤੀ ਵੱਲੋਂ ਅੰਡਰਟੇਕਿੰਗ ਦਿੱਤੀ ਜਾਂਦੀ ਹੈਗੀ ਤਾਂ ਅਸੀਂ ਉਹਨਾਂ ਨੂੰ ਹੋਮ ਕੁਆਰੰਟਾਈਨ ਤੋਂ ਛੂਟ ਦਿੱਤੀ ਜਾ ਸਕਦੀ ਹੈਗੀ, ਅਸੀਂ ਦੇ ਸਕਦੇ ਉਹਨਾਂ ਨੂੰ ਛੂਟ, ਲੇਕਿਨ ਇਹ ਅੰਡਰਟੇਕਿੰਗ ਲਾਜ਼ਮੀ ਹੈ। ਬਿਨਾਂ ਅੰਡਰਟੇਕਿੰਗ ਕੇ ਇਹ ਛੂਟ ਅਸੀਂ ਬਾਅਦ ਦੇ ਵਿੱਚ ਵਿਅਕਤੀਆਂ ਨੂੰ ਐਕਸਟੈਂਡ ਨਹੀਂ ਕੀਤੀ ਜਾ ਸਕਦੀ। ਤੇ ਇਸ ਕਰਕੇ ਆਪ ਸਾਰਿਆਂ ਨੂੰ ਇਹ ਅਪੀਲ ਹੈ, ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੇ ਤੁਹਾਡੇ ਰਿਸ਼ਤੇਦਾਰ ਜਾਂ ਦੋਸਤ ਜਾਂ ਫਰੈਂਡਸ ਜਿਹੜੇ ਵੀ ਫੈਮਿਲੀ ਵਾਪਸ ਆਉਣਾ ਚਾਹਤੀ ਹੈ ਪੰਜਾਬ ਦੇ ਵਿੱਚ ਇਨਕਮਿੰਗ ਉਹਨਾਂ ਦੀ ਹੈਗੀ, ਉਹਨਾਂ ਨੂੰ ਸਾਰਿਆਂ ਨੂੰ ਇਹ ਜਾਣਕਾਰੀ ਦਿੱਤੀ ਜਾਵੇ ਕਿ ਮੈਂਡੇਟਰੀਲੀ ਹੋਮ ਕੁਆਰੰਟਾਈਨ ਹੈਗਾ 14 ਦਿਨ ਦਾ। ਜਿਹੜੇ ਵਿਅਕਤੀ ਬਾਹਰੋਂ ਆ ਰਹੇ ਨੇ, ਜੋ ਫੋਰਨ ਤੋਂ ਵਾਪਸ ਪਰਤ ਰਹੇ ਨੇ, ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਰਹਿੰਦੀ ਹੈਗੀ 에ਅਰਪੋਰਟ ਦੀ ਫਲਾਈਟ ਦੇ ਹਿਸਾਬ ਨਾਲ। ਅਸੀਂ ਸਾਰਿਆਂ ਨੂੰ 에ਅਰਪੋਰਟ ਤੋਂ ਉਨ ਸਾਰਿਆਂ ਨੂੰ ਅਸੀਂ ਆਪਣੇ ਕੁਆਰੰਟਾਈਨ ਸੈਂਟਰਸ ਦੇ ਵਿੱਚ ਡਾਇਰੈਕਟਲੀ ਲੈ ਕੇ ਆਉਂਦੇ ਨੇ ਕਿਉਂਕਿ ਉਹਨਾਂ ਦਾ 7 ਦਿਨ ਦਾ ਜਿਹੜਾ ਮੈਂਡੇਟਰੀਲੀ ਇੰਸਟੀਟਿਊਸ਼ਨਲ ਕੁਆਰੰਟਾਈਨ ਹੈਗਾ ਉਹ ਮੈਂਡੇਟਰੀ ਹੈਗਾ। ਭਾਵੇਂ ਉਹ ਪੇਡ ਕੁਆਰੰਟਾਈਨ ਦੇ ਵਿੱਚ ਰਹਿ ਸਕਦੇ ਹੈ, ਜਿਹੜੇ ਆਪਣੇ ਕੁਝ ਹੋਟਲਸ ਹੈਗੇ ਜਿਹੜੇ ਨੋਟੀਫਾਈ ਕੀਤੇ ਗਏ ਹੈਗੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ, ਜੋ ਪੇਡ ਕੁਆਰੰਟਾਈਨ ਫੈਸਿਲਿਟੀ ਵਜੋਂ ਇਸਤੇਮਾਲ ਕੀਤੇ ਜਾ ਸਕਦੇ ਨੇ, ਜਾਂ ਸਾਡਾ ਜਿਹੜਾ ਸਟੇਟ ਕੁਆਰੰਟਾਈਨ ਸੈਂਟਰ ਹੈਗਾ IIT ਬੱਦਲ ਤੇ IIT ਰੂਪਨਗਰ ਦੇ ਹੋਸਟਲ ਦੇ ਵਿੱਚ, ਪੁਰਾਣਾ ਹੋਸਟਲ
ਜਿਹੜਾ ਹੈਗਾ ਉੱਥੇ ਅਸੀਂ ਕੁਆਰੰਟਾਈਨ 7 ਦਿਨ ਦਾ ਉੱਥੇ ਜਿਹੜੇ ਫੋਰਨ ਰਿਟਰਨੀਜ਼ ਨੇ ਉਹਨਾਂ ਨੂੰ ਮੈਂ ਲਾਜ਼ਮੀ ਰੱਖਿਆ ਜਾਂਦਾ ਹੈਗਾ। ਉਹਨਾਂ ਦੀ ਟੈਸਟਿੰਗ ਹੋਣ ਤੋਂ ਬਾਅਦ 7 ਦਿਨ ਬਾਅਦ ਜੇਕਰ ਉਹਨਾਂ ਦੇ ਟੈਸਟ नेगेटिव आते हैं तो फिर वापस उन्होंने 7 दिन होम क्वारंटाइन वास्ते भेजा जाता है। तो ये 14 दिन का क्वारंटाइन भी हाफ इंस्टीट्यूशन हाफ होम क्वारंटाइन भी ज़रूरी है। इस वास्ते भी मैनू बार बार क्वेरीज प्राप्त हो रही हैंगी सोशल मीडिया पर, तो काइंडली अपने फैमिली फ्रेंड्स वगैरह के नाल ये जानकारी जरूर साझा करें। तो इस तो इलावा कोई भी जेकर तुहाडी कोई क्वेरी हैगी प्लीज़ साडे नाल शेयर करिए। ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਜਿੰਨੇ ਵੀ ਮੁਸ਼ਕਿਲਾਂ ਹੈਗੀ, ਕੋਈ ਵੀ ਪ੍ਰੋਬਲਮ ਹੈਗੀ, ਅਸੀਂ ਹੱਲ ਕਰਨ ਦੇ ਲਈ ਪ੍ਰਤੀਬੱਧ ਨੇ। ਤੇ ਪੰਜਾਬ ਸਰਕਾਰ ਵੱਲੋਂ ਤੁਹਾਡੇ ਸਿਹਤ ਵਾਸਤੇ, ਤੁਹਾਡੀ ਪਰਿਵਾਰ ਦੀ ਸੇਫਟੀ ਵਾਸਤੇ ਜਿਹੜੀ ਵੀ ਇੰਸਟਰਕਸ਼ਨਸ ਤੇ ਐਡਵਾਈਜ਼ਰੀਆਂ ਜਾਰੀ ਹੋ ਰਹੀ ਹੈਗੀ, ਮੈਂ ਆਪ ਸਾਰਿਆਂ ਨੂੰ ਅਪੀਲ ਵੀ ਕਰਦੀ ਹਾਂ ਤੇ ਆਸ ਕਰਦੀ ਹਾਂ ਕਿ ਰੋਪੜ ਜ਼ਿਲ੍ਹਾ ਵਾਸੀ ਜਿਹੜੇ ਬਹੁਤ ਸੂਝਵਾਨ ਨੇ, ਬਹੁਤ ਸਮਝਦਾਰ ਨੇ, ਉਹ ਸਾਰੇ ਇਸ ਅਪੀਲਾਂ ਦਾ, इन ਐਡਵਾਈਜ਼ਰੀਆਂ ਦਾ समय समय पे ਜਿਹੜੀ ਜਾਰੀ ਹੋ ਰਹੀ ਹੈਗੀ ਪਾਲਣ ਕਰਨਗੇ। थैंक यू सो मच। एंड अगर कोई भी आपकी तरफ से कोई क्वेरी हो प्लीज़ डू शेयर। थैंक यू सो मच ऑन दैट। नैक्सट वेडनेसडे फिर मैं आपके साथ लाइव प्रोग्राम ਦੇ ਵਿੱਚ शेयर करांगी ਰੋਪੜ ਦੀ कोरोना ਦੀ अपडेट ਤੇ ਨਾਲ ਹੋਰ ਜਿਹੜੀ गवर्नमेंट ਦੀ कोई इंस्ट्रक्शंस या एडवाइजरी जारी होंगी हैंगी समय समय पे, वो जानकारी भी आपको पूरी तरीके से दी जाएगी। स्टे सेफ, वियर मास्क।